ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 6 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਗਰਮੀ ਕਰਕੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਆਪਣੇ ਹੱਥ ਖੜੇ ਕਰ ਦਿੱਤੇ ਆ। ਉਹ ਕਹਿੰਦਾ ਵੀ ਹੁਣ ਸਾਡੇ ਹੱਥ ਵਸ ਨਹੀਂ ਰਿਹਾ। ਜੇ ਲੋਕ ਘੱਟ ਬਿਜਲੀ ਨੂੰ ਯੂਜ਼ ਕਰੂਗੇ, ਆਪਣੇ ਵਾਸ਼ਰ ਡਰਾਇਰ ਨਹੀਂ ਯੂਜ਼ ਕਰੂਗੇ, ਵਾਧੂ ਲਾਈਟਾਂ ਨਹੀਂ ਯੂਜ਼ ਕਰਦੇ, ਵਾਧੂ AC ਨਹੀਂ ਯੂਜ਼ ਕਰਦੇ, ਵਾਧੂ ਜੋ ਇਲੈਕਟ੍ਰਿਕ ਕਾਰਾਂ ਨਹੀਂ ਚਾਰਜ ਕਰਦੇ, ਤੇ ਹੋ ਸਕਦਾ ਫਿਰ ਅੱਜ ਬਿਜਲੀ ਨਾ ਜਾਵੇ। ਨਹੀਂ ਤਾਂ ਲੇਟੈਸਟ 9 ਮਿੰਟ ਪਹਿਲਾਂ ਦੀ ISO ਦੀ ਜੋ ਨਿਊਜ਼ ਆਈ ਆ, ਉਹਨਾਂ ਦੇ ਮੁਤਾਬਕ 5,25,000 ਕਸਟਮਰ ਉਹਨਾਂ ਦੀ ਅੱਜ ਬਿਜਲੀ ਜਾਣੀ ਆ। 4 ਵਜੇ ਤੋਂ ਲੈ ਕੇ ਰਾਤ ਦੇ ਜਿੰਨਾ ਵੀ ਟਾਈਮ ਹੋਊਗਾ, ਉਹਦੇ ਵਿੱਚ ਉਹਨਾਂ ਨੇ ਨੰਬਰ ਦੱਸਤੇ ਬਹੁਤ ਸਾਰੇ, ਕਿਹੜੇ ਏਰੀਏਜ਼ ਆ, 4A 4B ਕਰਕੇ ਬਹੁਤ ਲੰਮੇ ਏਰੀਏਜ਼ ਆ, ਉਹ ਤੁਸੀਂ ਸਰਚ ਕਰ ਸਕਦੇ ਆ। ਵੈਸੇ ਤੁਹਾਨੂੰ ਅਲਰਟ ਆ ਜਾਂਦਾ। ਕੱਲ ਲਿਵਰਮੋਰ 'ਚ 6-7 ਘੰਟੇ ਜਿਹੜੀ ਬਿਜਲੀ ਗਈ ਰਹੀ, ਸ਼ਾਮ ਦੇ 6 ਵਜੇ ਤੋਂ ਤੜਕੇ ਦੇ 1:30 ਵਜੇ, ਫੇਰ ਥੋੜੀ ਆ ਕੇ ਫੇਰ ਚਲ ਗਈ, ਫੇਰ 5 ਵਜੇ ਆਈ। ਸੋ ਕੈਲੀਫੋਰਨੀਆ ਦਾ ਇੰਡੀਪੈਂਡੈਂਟ ਸਿਸਟਮ ਆਪਰੇਟਰ, ਜਿਹੜਾ ਕਿ ਪੂਰੀ ਸਟੇਟ ਦਾ ਪਾਵਰ ਗ੍ਰਿਡ ਮੈਨੇਜ ਕਰਦਾ ਆ, ਉਹਨਾਂ ਨੇ ਵਾਰਨਿੰਗ ਦੇ ਦਿੱਤੀ ਆ ਵੀ ਇਹ 100% ਸਾਨੂੰ ਯਕੀਨ ਆ ਵੀ ਇਸ ਵਾਰੀ ਬਿਜਲੀ ਤੁਹਾਡੇ ਘਰਾਂ ਚੋਂ ਜਾਊਗੀ, ਕਿਉਂਕਿ ਜੋ ਸਟੇਟ ਆ ਉਹ ਬਹੁਤ ਜ਼ਿਆਦਾ ਬਿਜਲੀ ਯੂਜ਼ ਕਰ ਰਹੀ ਆ ਪੀਕ ਟਾਈਮ ਦੇ ਉੱਤੇ, ਤੇ ਕਹਿੰਦੇ ਵੀ 5000 ਮੈਗਾਵਾਟ ਆਪਾਂ ਸ਼ਾਰਟ ਹੈਗੇ ਆ ਬਿਜਲੀ ਦੇ ਵਿੱਚ। ਗਵਰਨਰ ਸਾਹਿਬ ਦੇ ਜੋ ਬਿਆਨ ਆਏ ਆ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੇ ਰਹੇ ਹੈਗੇ ਆ। ਪਿਛਲੀ ਵਾਰੀ ਜਦੋਂ ISO ਨੇ ਕਾਲਡ ਆਊਟ ਕੀਤਾ ਸੀ ਰੋਟੇਟਿੰਗ ਆਊਟੇਜ ਲਈ, ਰੋਟੇਟਿੰਗ ਦਾ ਮਤਲਬ ਇਹ ਆ ਵੀ ਕਿਸੇ ਏਰੀਏ 'ਚ 2 ਘੰਟੇ ਲਈ, ਫੇਰ ਹੋਰ ਕਿਸੇ ਏਰੀਏ 'ਚ, ਫੇਰ ਹੋਰ ਕਿਸੇ ਏਰੀਏ 'ਚ, ਇੱਦਾਂ ਜਿਹੜੀ ਆ ਬਿਜਲੀ ਜਾਊਗੀ। ਤੇ ਪਿਛਲੀ ਵਾਰੀ ਅਗਸਤ 14 ਤੇ 15 ਸਨ 2020 ਦੇ ਵਿੱਚ ਆਊਟੇਜ ਜੋ ਆ ISO ਨੇ ਡਿਕਲੇਅਰ ਕੀਤਾ ਸੀ, ਤੇ ਉਸ ਟਾਈਮ ਦੇ ਉੱਤੇ 8 ਲੱਖ ਘਰ ਇੰਪੈਕਟ ਹੋਏ ਸੀ 15 ਮਿੰਟ ਤੋਂ ਲੈ ਕੇ 2.5 ਘੰਟੇ ਤੱਕ। ਇਹ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੇ ਤੁਹਾਡੀ ਬਿਜਲੀ ਚਲੇ ਜਾਂਦੀ ਆ ਤੇ 4 ਘੰਟੇ ਤੋਂ ਵੱਧ ਜਾਂਦੀ ਆ, ਤੇ ਤੁਸੀਂ ਆਪਣੇ ਜਿਹੜੇ ਰੈਫ੍ਰਿਜਰੇਟਰਸ ਹੈਗੇ ਆ, ਫਰਿੱਜਾਂ ਆ, ਉਹਨਾਂ ਦੇ ਵਿੱਚ ਸਮਾਨ ਰੱਖਿਆ ਆ, ਉਹਨਾਂ ਦਾ ਕਲੇਮ ਤੁਸੀਂ ਬਿਜਲੀ ਦੇ ਉੱਤੇ ਕਰ ਸਕਦੇ ਹੈਗੇ ਆ ਵੀ ਮੇਰਾ ਜੀ ਇੰਨੇ ਦਾ ਜਿਹੜਾ ਗਰੋਸਰੀ ਸੀ, ਇੰਨੇ ਦਾ ਜਿਹੜਾ ਸਮਾਨ ਆ ਉਹ ਖਰਾਬ ਹੋ ਗਿਆ। ਸੋ ਇਸ ਟਾਈਮ ਪੂਰੀ ਤਰ੍ਹਾਂ ਫਲੈਕਸ ਅਲਰਟ ਦੇ ਵਿੱਚ ਕੈਲੀਫੋਰਨੀਆ ਜਿਹੜਾ ਉਹ ਚੱਲ ਰਿਹਾ ਆ। ਐਨਰਜੀ ਨੂੰ ਕੰਜ਼ਰਵ ਕਰਨ ਦੇ ਲਈ ਜ਼ੋਰ ਜਿਹੜਾ ਆ ਉਹ ਲੱਗਾ ਆ। ਕਹਿੰਦੇ ਆਊਟਡੋਰਸ ਬਹੁਤਾ ਨਾ ਜਾਓ, ਹਾਈਡਰੇਟਿਡ ਰਹੋ, ਪਾਣੀ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਪੀਓ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਲਾਰਜ ਅਪਲਾਇੰਸਿਸ, ਗੱਡੀਆਂ ਜਿਹੜੀਆਂ ਅਨਨੈਸੈਸਰੀ ਲਾਈਟਸ, ਇਹ ਸਾਰਾ ਕੁਛ ਬੰਦ ਰੱਖੋ। ਜੇ ਤੁਹਾਡੀ ਹੈਲਥ ਪਰਮਿਟ ਕਰਦੀ ਆ ਤਾਂ 78 ਡਿਗਰੀ ਜਾਂ ਉਸ ਤੋਂ ਉੱਤੇ ਹੀ ਤਾਪਮਾਨ ਆ ਉਸ ਨੂੰ ਰੱਖਿਆ ਜਾਓ। ਤੇ ਜੇ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਤੁਹਾਨੂੰ ਨਹੀਂ ਆਰਾਮ ਜਿੱਦਾਂ ਹੈਗਾ, ਜਾਂ ਗਰਮੀ ਜ਼ਿਆਦਾ ਆ, ਫਿਰ ਵੀ ਨਹੀਂ ਗੱਲ ਬਣਦੀ, ਤਾਂ ਆਪਣੇ ਨਜ਼ਦੀਕੀ ਕਾਊਂਟੀ ਜਾਂ ਸਿਟੀ ਦਾ ਜਿਹੜਾ ਲੋਕਲ ਕੂਲਿੰਗ ਸੈਂਟਰ ਆ, ਉੱਥੇ ਜਾ ਕੇ ਥੋੜਾ ਸਮਾਂ ਜਿਹੜਾ ਉਹ ਬਤੀਤ ਕਰ ਸਕਦੇ ਆ। ਸੋ ਇਹ ਕਾਫੀ ਵੱਡੀ ਜਿਹੜੀ ਇਸ ਟਾਈਮ ਚੁਣੌਤੀ ਦੇ ਵਿੱਚੋਂ ਕੈਲੀਫੋਰਨੀਆ ਜਿਹੜਾ ਉਹ ਲੰਘ ਰਿਹਾ ਆ। ਜਿੱਦਾਂ ਆਲਰੇਡੀ ਦੱਸਿਆ, ਕਈ ਜਿਹੜੇ ਜਾਣਕਾਰ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਰਾਤ ਸਵੇਰ ਦੀ ਗਈ ਬਿਜਲੀ ਰਾਤ ਤਾਈਂ ਵੀ ਜਿਹੜੀ ਉਹ ਨਹੀਂ ਆਈ, ਉਤੋਂ ਅਗਲੇ ਦਿਨ ਜਿਹੜੀ ਉਹ ਆਈ। ਇੰਡੀਆ ਵਾਂਗੂ ਜਿੱਦਾਂ
ਪਾਵਰ ਲੋਡ ਸ਼ੈਡਿੰਗ ਤੇ ਕੱਟ ਜਿਹੜੇ ਲੱਗਦੇ ਸੀਗੇ ਉਹ ਦੇਖਣ ਨੂੰ ਇੱਥੇ ਕਈ ਲੋਕਾਂ ਨੂੰ ਜਿਹੜਾ ਉਹ ਮਿਲ ਰਿਹਾ ਹੈਗਾ ਆ। ਸੋ ਇਹ ਵੀ ਨਹੀਂ ਆ ਵੀ ਚਲ ਬਿਜਲੀ ਗਈ ਆ ਤੇ ਮੌਸਮ ਥੋੜ੍ਹਾ ਬਹੁਤਾ ਠੀਕ ਹੋਵੇ ਤੇ ਫਿਰ ਵੀ ਟਾਈਮ ਗੁਜ਼ਾਰਿਆ ਜਾ ਸਕਦਾ, ਪਰ ਇੰਨੀ ਗਰਮੀ ਦੇ ਵਿੱਚ ਵਿਦਆਊਟ ਏਸੀ ਨਾਮੁਮਕਿਨ ਜਿਹੜੀ ਆ ਇਸ ਟਾਈਮ ਸਥਿਤੀ ਆ ਲੋਕਾਂ ਦੇ ਲਈ ਟਾਈਮ ਪਾਸ ਕਰਨ ਨੂੰ ਜਿਹੜੀ ਹੋਈ ਪਈ ਆ। ਸੋ ਰੋਲਿੰਗ ਬਲੈਕਆਊਟਸ ਆ ਉਹਦਾ ਖਤਰਾ ਲਗਾਤਾਰ ਲੋਕਾਂ ਦੇ ਉੱਤੇ ਜਿਹੜਾ ਉਹ ਮੰਡਰਾ ਰਿਹਾ ਆ। ਹੁਣ ਇਸ ਟਾਈਮ ਜਿਹੜਾ ਹਰਜੋਤ ਸਿੰਘ ਜਦੋਂ ਆਪਾਂ ਗੱਲ ਕਰ ਰਹੇ ਹਾਂ, ਗਰਮੀ ਇਸ ਟਾਈਮ ਚਰਮ ਸੀਮਾ ਦੇ ਉੱਤੇ ਆ। ਸੋ ਬਹੁਤ ਜ਼ਿਆਦਾ ਇਸ ਟਾਈਮ ਗਰਮੀ ਆ। ਇੱਥੇ ਹੀ ਸਭ ਤੋਂ ਵੱਧ ਜਿਹੜੀ ਪਾਵਰ ਦੀ ਜਿਹੜੀ ਯੂਜ਼ੇਜ ਆ ਉਹ ਹੋਣੀ ਆ। ਬਿਜਲੀ ਵਾਲੇ ਕਹਿ ਲਓ ਵੀ ਅੱਜ ਓਵਰ ਟਾਈਮ ਕੰਮ ਕਰ ਰਹੇ ਆ ਜਿੱਦਾਂ ਦੇ ਜਿਹੜੇ ਹਾਲਾਤ ਆ ਇਸ ਟਾਈਮ ਬਣੇ ਪਏ ਹੈਗੇ ਆ। ਸੋ ਆਪਾਂ ਹੋਪਫੁਲੀ ਬਚਾਅ ਜਿਹੜਾ ਉਹ ਰਵੇ। ਸੋ ਇਹਦੇ ਵਿੱਚ ਇਹ ਵੀ ਆ ਹਰਜੋਤ ਸਿੰਘ ਜੀ, ਵੀ ਹੋ ਸਕਦਾ ਵੀ ਸਾਡੇ ਰੇਡੀਓ ਸਟੇਸ਼ਨ ਵਾਲੀਆਂ ਥਾਵਾਂ ਦੇ ਉੱਤੇ ਵੀ ਜਿਹੜੀ ਬਿਜਲੀ ਆ ਉਹ ਜਾ ਸਕਦੀ ਆ। ਸੋ ਜੇ ਬਾਏ ਚਾਂਸ ਰੇਡੀਓ ਦੇ ਵਿੱਚ ਆਵਾਜ਼ ਆਉਣੀ ਬੰਦ ਹੋਵੇ ਤਾਂ ਇਹ ਵੀ ਮੋਸਟ ਪ੍ਰੋਬਬਲੀ ਹੋ ਸਕਦਾ ਆ ਵੀ ਬਿਜਲੀ ਉਸ ਥਾਂ ਦੇ ਉੱਤੇ ਜਿਹੜੀ ਉਹ ਗਈ ਹੋਵੇ, ਜਾਂ ਤੁਹਾਡੇ ਘਰ ਦੇ ਵਿੱਚ ਜਿਹੜੀ ਉਹ ਬਿਜਲੀ ਗਈ ਹੋ ਸਕਦੀ ਆ। ਸੋ ਇੱਕ ਗੱਲ ਜ਼ਰੂਰ ਆ ਰਾਜਕਮਲ ਸਿੰਘ ਜੀ, ਬਹੁਤ ਸਾਰੇ ਏਰੀਏ ਜਦੋਂ ਬਿਜਲੀ ਚਲ ਜੀ, ਜੇ 8 ਘੰਟੇ ਜ਼ਿਆਦਾ ਟਾਈਮ ਲਈ ਜਾਂਦੀ ਆ, ਦੇਖੋ ਵੀ ਕਿੰਨਾ ਰਹਿਣਾ ਔਖਾ ਹੋਊਗਾ। ਹੁਣ ਆਪਾਂ ਬਹੁਤ ਬੜੇ ਘਰ ਲੈਂਦੇ ਆ ਤੇ ਜ਼ਰੂਰ ਤੁਹਾਡੇ ਜਿਹੜੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਗਾਂਢੀ ਗੁਆਂਢੀ ਹੁੰਦੇ ਆ, ਜਿੱਥੇ ਬਿਜਲੀ ਹੈਗੀ ਆ ਉਹਨਾਂ ਨੂੰ ਜ਼ਰੂਰ ਸੱਦ ਲਿਆ ਕਰੋ। ਸੋ ਇਹ ਔਖੇ ਕੰਮ ਆਉਂਦੇ ਆ, ਨਹੀਂ ਤਾਂ ਫਿਰ ਬੜੇ ਘਰਾਂ ਨੂੰ ਦਿਖਾਉਣ ਦਾ ਕੀ ਫਾਇਦਾ ਆ, ਰਾਈਟ? ਬਿਲਕੁਲ, ਜਿਹੜੇ 2-3 ਜਾਣੇ 2-3 ਘਰਾਂ ਦੀ ਬਿਜਲੀ ਦੀ ਥਾਂ ਤੇ ਇੱਕੋ ਥਾਂ ਦੇ ਉੱਤੇ ਜਿਹੜੀ ਉਹ ਵਰਤੋ ਇਦਾਂ ਦੀਆਂ ਚੀਜ਼ਾਂ। ਅੱਜ ਜਿਹੜੇ ਹਰਜੋਤ ਸਿੰਘ ਜੀ, ਜਦ ਇੱਕ ਚੀਜ਼ ਦੇ ਲਈ ਅਸੀਂ ਬਾਹਰ ਗਏ ਤਾਂ ਮੈਂ ਦੇਖ ਰਿਹਾ ਸੀਗਾ ਵੀ ਇੱਕ ਜਿਹੜਾ ਪੋਸਟਲ ਸਰਵਿਸ ਵਾਲਾ ਪਸੀਨੋ ਪਸੀਨੀ ਮੁੜ ਕੇ ਨਾ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀਗਾ। ਕੁਦਰਤੀ ਸਾਡੇ ਕੋਲ ਪਾਣੀ ਦੀਆਂ ਬੋਤਲਾਂ ਐਕਸਟਰਾ ਪਈਆਂ ਸੀਗੀਆਂ, ਉਸ ਨੂੰ ਦਿੱਤੀਆਂ, ਉਹਨੇ ਬਹੁਤ ਧੰਨਵਾਦ ਕੀਤਾ। ਸੋ ਇਹਨਾਂ ਦਿਨਾਂ ਦੇ ਵਿੱਚ ਜੇ ਕੋਈ ਤੁਹਾਨੂੰ ਬਾਹਰ ਦਿਸਦਾ ਆ, ਉਹਨੂੰ ਭਾਈ ਪਾਣੀ ਪੂਣੀ ਜ਼ਰੂਰ ਪੁੱਛ ਜੀ ਲਓ। ਬਿਲਕੁਲ। ਤੇ ਹਾਈਡ੍ਰੇਸ਼ਨ ਜਿਹੜੀ ਬਹੁਤ ਜ਼ਰੂਰੀ ਆ। ਤੁਰਿਆ ਜਾਂਦਾ ਬੰਦਾ ਨਹੀਂ ਤਾਂ ਡਿੱਗ ਜਾਂਦਾ ਆ, ਬਹੁਤ ਬੁਰਾ ਹਾਲ ਜਿਹੜਾ ਹੋ ਜਾਂਦਾ ਆ। ਚਾਹੇ ਤੁਸੀਂ ਕੰਸਟਰਕਸ਼ਨ ਦੇ ਕੰਮ 'ਚ ਆ, ਚਾਹੇ ਐਗਰੀਕਲਚਰ ਦੇ ਕੰਮ 'ਚ ਆ, ਜਾਂ ਪੋਸਟ ਆਫਿਸ ਵਾਲੇ ਕੰਮ 'ਚ ਆ, ਜਾਂ ਵੇਅਰ ਹਾਊਸਾਂ ਦੇ ਵਿੱਚ ਆ। ਇੱਕ ਦੂਜੇ ਦਾ ਭਾਈ ਇਸ ਟਾਈਮ ਸਭ ਤੋਂ ਵੱਧ ਧਿਆਨ ਰੱਖਣ ਦੀ ਜ਼ਰੂਰਤ ਆ। ਜਿੰਨਾ ਖਾਸ ਕਰਕੇ ਬਜ਼ੁਰਗ ਜਿਹੜੇ ਇਕੱਲੇ ਰਹਿੰਦੇ ਆ, ਉਹਨਾਂ ਦੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆਂਢੀ ਗੁਆਂਢੀ ਸਨੇਹੀ ਆ, ਉਹਨਾਂ ਨੂੰ ਕਾਲ ਕੂਲ ਕਰਕੇ ਇੱਕ ਵਾਰੀ ਪੁੱਛ ਲਓ ਹਾਲ ਚਾਲ ਠੀਕ ਆ, ਕੁਛ ਚਾਹੀਦਾ ਤਾਂ ਨਹੀਂ, ਕਿਸੇ ਚੀਜ਼ ਦੀ ਘਾਟ ਤਾਂ ਨਹੀਂ, ਤਾਂ ਜੋ ਜੇ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤਾਂ ਭਾਈ ਇਸ ਦਾ ਲੱਗੇ। ਹੁਣ ਰੀਸੈਂਟਲੀ ਹਰਜੋਤ ਸਿੰਘ ਜੀ ਆਪਣੀ ਗੱਲ ਕਰਦੇ ਕਰਦੇ ਫੋਨ ਦੇ ਉੱਤੇ ਐਮਰਜੈਂਸੀ ਅਲਰਟ ਜਿਹੜਾ ਉਹ ਆ ਗਿਆ ਆ। ਜਿਹੜੇ ਕੈਲ OES ਨੇ ਜਿਹੜਾ ਉਹ ਘੱਲਿਆ ਆ, ਕਹਿੰਦੇ ਵੀ એનર્ਜੀ ਕੰਜ਼ਰਵ ਕਰੋ, ਪਬਲਿਕ ਹੈਲਥ ਤੇ ਸੇਫਟੀ ਦਾ ਜਿਹੜਾ ਇਹ ਗੱਲ ਆ। ਐਕਸਟ੍ਰੀਮ ਹੀਟ ਦੇ ਨਾਲ એનર્ਜੀ ਗ੍ਰਿਡ ਦੇ ਉੱਤੇ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਆ। ਪਾਵਰ ਇੰਟਰਪਸ਼ਨਸ ਨਹੀਂ ਤਾਂ ਇਹਦੇ ਕਰਕੇ ਹੋ ਸਕਦੀਆਂ ਜੇ ਤੁਸੀਂ ਐਕਸ਼ਨ ਨਹੀਂ ਲੈਂਦੇ। ਨਾਨ ਅਸੈਂਸ਼ੀਅਲ ਪਾਵਰ ਜਿਹੜੀ ਆ, ਕਹਿੰਦੇ ਵੀ ਉਸ ਨੂੰ ਰਿਡਿਊਸ ਕਰੋ 9 ਵਜੇ ਤੱਕ। ਸੋ ਜੇ ਤੁਸੀਂ ਦੇਖੋ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਅਲਰਟ ਆ ਇਸ ਟਾਈਮ ਇਹ ਚੱਲ ਰਿਹਾ ਹੈਗਾ ਆ। ਸੋ ਇਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਹ ਆਇਆ ਹੋਣਾ ਆ, ਤੇ ਸੋ ਜੋਰ ਲੱਗਾ ਪਿਆ ਹੈ ਇਸ ਟਾਈਮ ਕੈਲੀਫੋਰਨੀਆ ਦੀ ਸਟੇਟ ਦਾ ਵੀ ਭਾਈ ਬਿਜਲੀ ਘੱਟ ਤੋਂ ਘੱਟ ਤੁਸੀਂ ਵਰਤੋ। ਜੀ ਅਨਪ੍ਰੈਸੀਡੈਂਟ ਦਾ ਹਰਜੋਤ ਸਿੰਘ ਜੀ, ਤੁਸੀਂ ਇੰਨੇ ਦਹਾਕਿਆਂ ਤੋਂ ਇੱਥੇ ਰਹਿ ਰਹੇ ਆ, ਕਦੀ ਇਦਾਂ ਦੇ ਹਾਲਾਤ ਦੇਖੇ? ਬਿਲਕੁਲ, ਤੁਸੀਂ ਦੇਖੋ ਵੀ ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ 100 ਬੇ ਏਰੀਏ ਦੇ ਵਿੱਚ 115 ਡਿਗਰੀ ਦੇ ਲਾਗੇ ਛਾਗੇ ਵੀ ਟੈਂਪਰੇਚਰ ਕਈ ਏਰੀਆ 'ਚ ਗਿਆ। ਜਿੱਥੇ ਸਾਡਾ ਸਟੂਡੀਓ ਇੱਥੇ 112 ਡਿਗਰੀ ਆਪਣੇ ਫੋਨ ਦੇ ਉੱਤੇ ਸ਼ੋ ਹੁੰਦਾ ਸੀ। ਸੈਨ ਫਰਾਂਸਿਸਕੋ 'ਚ ਤਾਂ ਬਹੁਤ ਠੰਡ ਰਹਿੰਦੀ ਆ, ਸਾਰਿਆਂ ਨੂੰ ਪਤਾ। ਉੱਥੇ ਵੀ 91 ਡਿਗਰੀ ਤੋਂ ਉੱਪਰ ਸੀਗਾ। ਸੈਕਰਾਮੈਂਟੋ ਦੇ ਵਿੱਚ ਰਿਕਾਰਡ ਟੁੱਟਿਆ, 115 ਡਿਗਰੀ ਵਾਓ। ਟੈਂਪਰੇਚਰ ਸੈਕਰਾਮੈਂਟੋ ਦੇ ਵਿੱਚ ਗਿਆ ਹੈਗਾ। ਸੋ ਕਹਿੰਦੇ 100 ਸਾਲ ਪੁਰਾਣਾ ਜਿਹੜਾ ਰਿਕਾਰਡ ਟੁੱਟ ਗਿਆ ਹੈਗਾ। ਬਹੁਤ ਸਾਰੇ ਲੋਕ ਬੀਚਸ ਨੂੰ ਚਲੇ ਗਏ ਵੀ ਜੀ ਗਰਮੀ ਹੈਗੀ ਆ, ਤੇ ਬੀਚ ਦੇ ਉੱਤੇ ਫਿਰ ਪੁਲਿਸ ਵਾਲਿਆਂ ਨੇ ਚੰਗੀਆਂ ਟਿਕਟਾਂ ਵੀ ਦਿੱਤੀਆਂ ਹੈਗੀਆਂ ਲੋਕਾਂ ਨੂੰ ਵੀ ਤੁਸੀਂ ਏਦਾਂ ਨਹੀਂ ਹੈ ਵੀ ਇੱਥੇ ਆ ਕੇ ਵੀ ਪਾਣੀ ਠੀਕ ਆ ਠੰਡਾ ਤੇ ਮੁੜ ਕੇ ਬਿਮਾਰ ਹੋ ਸਕਦੇ ਹੈਗੇ ਆ। ਸੋ ਇਸ ਵੇਲੇ ਸਿਚੁਏਸ਼ਨ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਖਤਰਨਾਕ ਬਣੀ ਹੋਈ ਆ। ਫਾਇਰ ਫਾਈਟਰਸ ਹਰ ਜਗ੍ਹਾ ਜਿੱਥੇ ਲੱਗਦਾ ਉਹਨਾਂ ਨੂੰ ਫਾਇਰ ਡੇਂਜਰ, ਐਕਸਟ੍ਰੀਮ ਟੂਡੇ, ਇਹ ਸਾਈਨਸ ਉਹਨਾਂ ਨੇ ਲਾਏ ਹੋਏ ਹੈਗੇ ਆ। ਜਿਸ ਤਰ੍ਹਾਂ ਰਾਜਕਰਮਵੀਰ ਸਿੰਘ ਉਹਨਾਂ ਨੇ ਕਿਹਾ ਸੀ, ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਹਾਡੀ ਸਟਰੀਟ ਤੇ ਕੋਈ ਵੀ ਪੋਸਟ ਆਫਿਸ ਵਾਲਾ ਡਿਲੀਵਰ ਕਰਨ ਆਦਾ, ਉਹਨੂੰ ਜ਼ਰੂਰ ਆਈਸਕ੍ਰੀਮ ਪਾਣੀ ਠੰਡਾ ਜ਼ਰੂਰ ਦਿਆ ਕਰੋ, ਕਿਉਂਕਿ ਫੈਡੈਕਸ ਵਾਲੇ ਆ, ਇੰਨੀ ਗਰਮੀ 'ਚ UPS ਵਾਲੇ ਹੋਣੇ ਆ, ਬਹੁਤ ਸਾਰੇ ਜੀ ਜਿਹੜੇ ਡਿਲੀਵਰੀਆਂ ਵਾਲੇ ਆਉਂਦੇ ਆ ਭਾਈ, ਉਹ ਵੀ ਆਪਣੇ ਹੀ ਭੈਣ ਭਾਈ ਨੇ, ਉਹਨਾਂ ਦਾ ਰੱਖੋ। ਕੈਲੀਫੋਰਨੀਆ ਦੇ ਵਿੱਚ 1925 ਦਾ ਰਿਕਾਰਡ ਆ, ਜੁਲਾਈ 17 1925 ਦਾ 114 ਡਿਗਰੀ ਸੀਗਾ।
ਇਹ 3:30 ਵਜੇ 114 ਦੇ ਬਰਾਬਰ ਡਾਊਨਟਾਊਨ 'ਚ ਹੋ ਗਿਆ ਤੇ 4:30 ਵਜੇ ਤਾਈਂ 115 ਬਣ ਕੇ ਆਲ ਟਾਈਮ ਰੈਕਡ, ਯਾਨੀ ਕਿ ਇਤਿਹਾਸ ਦੇ ਵਿੱਚ ਜਦੋਂ ਤੋਂ ਟੈਂਪਰੇਚਰ ਮੋਨੀਟਰ ਕੀਤਾ ਜਾ ਰਿਹਾ ਆ, ਕੈਲੀਫੋਰਨੀਆ ਦੀ ਰਾਜਧਾਨੀ ਨੇ ਅੱਜ ਦੇ ਦਿਨ ਇਹ ਜਿਹੜਾ ਉਹ ਨਵਾਂ ਰੈਕਡ ਜਿਹੜਾ ਆ ਉਹ ਆ ਗਿਆ ਹੈਗਾ ਆ। ਸੋ ਇਹ ਕਈ ਥਾਵਾਂ ਦੇ ਉੱਤੇ ਰਿਕਾਰਡ ਤੋੜਾ, ਜਿੱਦਾਂ ਕੱਲ 116 117 ਡਿਗਰੀ ਵੀ ਇਨਲੈਂਡਸ ਦੇ ਵਿੱਚ ਦੇਖਿਆ ਗਿਆ ਸੀ। ਤੁਸੀਂ ਬੀਚਿਸ ਦੀ ਗੱਲ ਹਰਜੋਤ ਸਿੰਘ ਜੀ ਕੀਤੀ ਸੀ, ਬੀਚਾਂ ਵਾਲੇ ਲੋਕ ਜਿਹੜੇ ਬੀਚਿਸ ਦੇ ਵਿੱਚ ਰਹਿੰਦੇ ਆ ਲੋਕ, ਉਹਨਾਂ ਥਾਵਾਂ ਦੇ ਉੱਤੇ ਉਹ ਬੜੇ ਤੰਗ ਨੇ, ਕਹਿੰਦੇ ਵੀ ਸਾਰੇ ਜਾਣੇ ਇੱਧਰ ਆ ਗਏ ਆ ਤੇ ਸਾਡਾ ਪੂਰਾ ਗ੍ਰਿਡ ਲੌਕ ਹੋ ਗਿਆ, ਯਾਨੀ ਕਿ ਵੀ ਪੂਰਾ ਜਾਮ ਜਿਹੜੇ ਆ ਉੱਥੇ ਲੱਗੇ ਪਏ ਹੈਗੇ ਆ। ਸੋ ਕੈਲੀਫੋਰਨੀਆ ISO ਨੇ ਐਨਰਜੀ ਐਮਰਜੈਂਸੀ ਅਲਰਟ ਜਿਹੜਾ ਆ ਉਹ ਨੰਬਰ 2 ਜਿਹੜਾ ਉਹ ਜਾਰੀ ਕੀਤਾ। ਇਹਨਾਂ ਦੇ 3 ਤਰ੍ਹਾਂ ਦੇ ਅਲਰਟ ਹੁੰਦੇ ਆ, ਜੇ ਮੈਂ ਥੋੜ੍ਹਾ ਜਿਹਾ ਇਸ ਦੇ ਬਾਰੇ ਹੋਰ ਹਰਜੋਤ ਸਿੰਘ ਜੀ ਜੇ ਦੱਸਦੇ ਜਾਈਏ, ਤਾਂ ਜੇ EE3 ਅਲਰਟ ਆ ਜਾਵੇ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਰੋਲਿੰਗ ਬਲੈਕਆਊਟਸ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ। ਸੋ EEA2 EEA3 ਇਸ ਟਾਈਮ ਆਪਾਂ EEA2 ਅਲਰਟ ਤੇ ਆ, ਇੱਕ ਅਲਰਟ ਹੋਰ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰੋਲਿੰਗ ਬਲੈਕਆਊਟਸ ਆ ਉਹ ਆਪਾਂ ਨੂੰ ਪੂਰੇ ਕੈਲੀਫੋਰਨੀਆ ਦੇ ਵਿੱਚ ਦੇਖਣ ਨੂੰ ਜਿਹੜੇ ਉਹ ਮਿਲ ਸਕਦੇ ਆ। ਸੋ ਆਪਾਂ ਬਾਰ-ਬਾਰ ਇਹ ਕਹਿ ਰਹੇ ਹਾਂ ਵੀ ਜਿਨ੍ਹਾਂ ਦੀਆਂ ਖਾਸ ਕਰਕੇ ਮੈਡੀਕਲ ਸੇਵਾਵਾਂ ਬਿਜਲੀ ਦੇ ਨਾਲ ਜੁੜੀਆਂ ਹੋਈਆਂ ਆ, ਉਹ ਆਪਣੀਆਂ ਬੈਟਰੀਜ਼, ਫੋਨਸ ਸਾਰਾ ਕੁਛ ਚਾਰਜ ਕਰਕੇ ਜਿਹੜਾ ਉਹ ਰੱਖੋ, ਤਾਂ ਜੋ ਜੇ ਬਿਜਲੀ ਚਲੇ ਜਾਵੇ ਤਾਂ ਪਤਾ ਨਹੀਂ ਕਿੰਨੇ ਘੰਟੇ ਦੇ ਲਈ ਜਾਊਗੀ, ਤਾਂ ਜੋ ਫਿਰ ਤੁਸੀਂ ਉਦੋਂ ਤੱਕ ਤੁਹਾਨੂੰ ਜਿਹੜੀ ਸਹੂਲਤ ਆ ਉਹ ਬਣੀ ਰਵੇ। ਜੀ। ਤੇ ਇਸੇ ਤਰ੍ਹਾਂ ਇੰਨੀ ਗਰਮੀ ਦੇ ਨਾਲ ਬੇ ਏਰੀਏ ਦੇ ਬਹੁਤ ਸਾਰੇ ਰੈਸਟੋਰੈਂਟ ਆ, ਉਹਨਾਂ ਨੇ ਅੱਜ ਬਿਜ਼ਨਸ ਨਹੀਂ ਕੀਤਾ। ਉਹਨਾਂ ਨੇ ਆਪਣੇ ਰੈਸਟੋਰੈਂਟ ਸ਼ਟ ਡਾਊਨ ਕਰ ਦਿੱਤੇ। ਉਹ ਕਹਿੰਦੇ ਵੀ ਸਾਡੇ ਜਿਹੜੇ EMPLOYEE ਆ, ਉਹ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ ਨਹੀਂ ਚਾਹੁੰਦੇ ਹੈਗੇ। ਸੋ ਬਿਲਕੁਲ ਲੱਗਦਾ ਵੀ ਆ, ਕਿਉਂਕਿ ਜਦੋਂ ਇੰਨੀ ਗਰਮੀ ਹੋਵੇ ਤੇ ਤੁਸੀਂ ਓਵਨ ਦੇ ਲਾਗੇ ਜਾਂ ਹਾਂਜੀ। ਜਿਹੜੀਆਂ ਗਰਮ ਹੈਗੀਆਂ ਚੀਜ਼ਾਂ ਉਹਨਾਂ ਦੇ ਲਾਗੇ ਹੈਗੇ ਆ, ਤੇ ਤੁਸੀਂ ਅੰਦਾਜ਼ਾ ਹੀ ਲਾ ਸਕਦੇ ਆ ਵੀ ਕਿੰਨੀ ਕੁ ਜ਼ਿਆਦਾ ਜਿਹੜੀ ਆ ਉਹ ਉੱਥੇ ਗਰਮੀ ਹੋਊਗੀ। ਇਸੇ ਤਰ੍ਹਾਂ ਜੇ ਫਾਇਰ ਦੀ ਗੱਲ ਕਰਦੇ ਜਾਈਏ, ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 4 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਫਾਇਰ ਦੇ ਨਾਲ, ਤੇ 14 ਵੱਡੀਆਂ ਅੱਗਾਂ ਇਸ ਸਟੇਟ ਦੇ ਜਾਂ ਸਟੇਟ ਦੇ ਬਾਰਡਰ ਤੇ ਲੱਗੀਆਂ ਹੋਈਆਂ ਆ। 45 ਨਵੀਆਂ ਅੱਗਾਂ ਜਿਹੜੀਆਂ ਆ ਉਹ ਇਕੱਲੇ ਐਤਵਾਰ ਨੂੰ ਹੀ erupਟ ਹੋਈਆਂ ਹੈਗੀਆਂ। ਡਿਪਟੀ ਚੀਫ ਵਿਦ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਵਾਲੇ ਜੋ ਅਨੈਲੀ ਵਰਲੀਓ ਆ, ਉਹਨਾਂ ਨੇ ਦੱਸਿਆ 4000 ਦੇ ਕਰੀਬ ਫਾਇਰ ਫਾਈਟਰਸ ਇਹਨਾਂ ਅੱਗਾਂ ਨੂੰ ਫਾਈਟ ਕਰ ਰਹੇ ਹੈਗੇ ਆ। ਫੇਅਰ ਵਿਊ ਫਾਇਰ ਜਿੱਥੇ ਲੱਗੀ ਆ, ਉੱਥੇ 2 ਜਾਣਿਆਂ ਦੀ ਹੈਮੰਡ ਦੇ ਲਾਗੇ ਸਦਰਨ ਕੈਲੀਫੋਰਨੀਆ ਦੇ ਵਿੱਚ ਮੌਤ ਹੋਈ ਆ। ਇਸੇ ਤਰ੍ਹਾਂ 2 ਜਣਿਆਂ ਦੀ ਹੋਰ ਮੌਤ ਹੋਈ ਸੀ। ਤੇ ਮਿਲ ਮਾਊਂਟਨ ਫਾਇਰ, ਇਹ ਇਸ ਵੇਲੇ ਦੀ ਕਾਫੀ ਵੱਡੀ ਫਾਇਰ ਚੱਲ ਰਹੀ ਹੈਗੀ ਆ। ਟਾਊਨ ਆਫ ਵੀਡ ਜੋ ਨਾਰਦਰਨ ਕੈਲੀਫੋਰਨੀਆ ਸਿਸਕਿਊ ਕਾਉਂਟੀ ਸ਼ੈਰਿਫ ਜਰੇਮੀਆ ਲਾਰੂ ਨੇ ਇਹ ਦੱਸਿਆ ਆ, ਤੇ ਉੱਥੇ ਵੀ 2 ਬੋਡੀਜ਼, ਇੱਕ 66 ਸਾਲਾਂ ਦੀ, ਇੱਕ 73 ਸਾਲਾਂ ਦੀ ਬੀਬੀ, ਦੋਨੋਂ ਹੀ ਉਹਨਾਂ ਦੀਆਂ ਜੋ ਬੋਡੀਜ਼ ਆ ਉਹ ਮਿਲੀਆਂ ਹੈਗੀਆਂ ਆ। ਕਈ ਸਟਰਕਚਰਸ ਵੀ ਇਸ ਏਰੀਏ ਦੇ ਵਿੱਚ ਅੱਗ ਦੀ ਭੇਂਟ ਚੜ ਗਈਆਂ ਹੈਗੀਆਂ ਆ। ਜੀ। ਰੈੱਡ ਫੋਰਟ ਫਾਇਰ ਸੈਨ ਬਰਨਾਰਡੀਨੋ ਨੈਸ਼ਨਲ ਫੋਰੈਸਟ ਏਰੀਏ ਦੇ ਵਿੱਚ ਫੈਲੀ ਹੋਈ ਹੈਗੀ ਹੈ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਉਸ ਦੇ ਉੱਤੇ ਕਰਦੇ ਜਾਈਏ, ਸੈਕਰਾਮੈਂਟੋ ਦੇ ਨਜ਼ਦੀਕ ਇੱਕ ਪਲੇਨ ਕ੍ਰੈਸ਼ ਦੇ ਵਿੱਚ 2 ਜਾਣਿਆਂ ਦੀ ਮੌਤ ਦੀ ਖਬਰ ਆ ਰਹੀ ਆ। ਬੀਚਕ੍ਰਾਫਟ ਬੈਰਨ 58 ਜਿਹੜਾ ਜਹਾਜ਼ ਸੀਗਾ, ਕਹਿੰਦੇ ਵੀ ਸਵੇਰੇ ਉੱਡਣ ਤੋਂ ਬਾਅਦ ਦੇ ਵਿੱਚ ਉਹ ਹਾਦਸਾਗ੍ਰਸਤ ਹੋ ਗਿਆ। ਇੱਕ ਜਿਹੜੇ ਬਦਾਮਾਂ ਦੇ ਬਾਗ ਦੇ ਵਿੱਚ ਗਾਲਟ ਦੇ ਨਜ਼ਦੀਕ ਇਹ ਡਿੱਗਾ, ਜਿਸ ਦੌਰਾਨ ਇਹ ਜਿਹੜਾ ਟਵਿਨ ਇੰਜਨ ਪਲੇਨ ਆ, ਕ੍ਰੈਸ਼ ਤੋਂ ਬਾਅਦ 'ਚ 2 ਜਾਣਿਆਂ ਦੀ ਮੌਤ ਹੋਈ ਆ। ਫਾਇਰ ਫਾਈਟਰਸ ਆ, ਉਹਨਾਂ ਨੂੰ ਸਵਿਮ ਕਰਕੇ ਪਲੇਨ ਤੱਕ ਜਿਹੜਾ ਉਹ ਪਹੁੰਚਣਾ ਜਿਹੜਾ ਪਿਆ ਸੀ। ਮਾਰਸ਼ੀ ਏਰੀਆ ਸੀਗਾ, ਦਲਦਲ ਵਾਲਾ ਜਿਹੜਾ ਇਹ ਇਲਾਕਾ ਸੀਗਾ। ਟੇਕ ਆਫ ਤੋਂ ਬਾਅਦ ਦੇ ਵਿੱਚ 20 ਮਿੰਟਾਂ ਬਾਅਦ ਹੀ ਇਹ ਹਾਦਸਾ ਹੋਇਆ। ਟ੍ਰੇਸੀ ਦੇ ਮਿਊਨਿਸਪਲ ਏਅਰਪੋਰਟ ਤੋਂ ਇਹ ਉੱਡਿਆ ਸੀਗਾ। ਇਸ ਤੋਂ ਪਹਿਲਾਂ ਸੈਨ ਐਂਡਰੀਅਸ ਤੇ ਮੋਡੈਸਟੋ ਦੇ ਵਿੱਚ ਵੀ ਆਪਣੀ ਉਸਨੇ ਇੱਕ ਫਲਾਈਟ ਪੂਰੀ ਕੀਤੀ ਸੀਗੀ। 6 ਸੀਟਾਂ ਵਾਲੇ ਇਸ ਜਿਹੜੇ ਪਲੇਨ ਦੇ ਵਿੱਚ ਸੈਕਰਾਮੈਂਟੋ ਲਾ ਫਰਮ ਜਿਸ ਨੂੰ ਇਹ ਓਨ ਕਰਦੀ ਆ, ਯੂਜਲੀ ਆਪਣੇ ਲਾਇਰਸ ਤੇ ਕਲਾਇੰਟਸ ਨੂੰ ਇਸ ਦੇ ਵਿੱਚ ਲੈ ਕੇ ਜਾਂਦੀ ਆ। ਅਜੇ ਤੱਕ ਜਿਹੜਾ ਆ ਹਰਜੋਤ ਸਿੰਘ ਜੀ ਇਹ ਆਇਡੈਂਟੀਫਾਈ ਨਹੀਂ ਕੀਤਾ ਵੀ ਕਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਆ। ਜੀ।
ਅਗਲੀ ਖਬਰ ਵੱਲ ਚੱਲੀਏ। ਸੈਨ ਫਰਾਂਸਿਸਕੋ ਦੇ ਵਿੱਚ ਸਾਈਡ ਸ਼ੋ ਕਰਦੇ ਹੋਏ ਕਈ ਲੋਕਾਂ ਨੂੰ ਉੱਥੇ ਦੀ ਪੁਲਿਸ ਨੇ ਅਰੈਸਟ ਕੀਤਾ ਹੈ ਲਾਸਟ ਨਾਈਟ। ਇਹ ਸਾਈਡ ਸ਼ੋ ਇਹ ਹੁੰਦਾ ਵੀ ਜਿੱਥੇ ਕਿਤੇ ਚੁਰਸਤਾ ਹੈਗਾ ਜਾਂ 4 ਵੇ ਆ, ਸਟਾਪ ਆ, ਲਾਈਟ ਆ, ਉੱਥੇ ਕਾਰਾਂ ਬੜੀ ਤੇਜ਼ੀ ਦੇ ਨਾਲ ਘੁਮਾਉਂਦੇ ਹੈਗੇ ਆ ਤੇ ਕਈ ਵਾਰੀ ਲੋਕਾਂ ਦੇ ਜਿਹੜੀਆਂ ਸੱਟਾਂ ਇੰਨੀਆਂ ਲੱਗਦੀਆਂ ਉਹ ਜਾਨਲੇਵਾ ਵੀ ਹੋ ਜਾਂਦੀਆਂ ਹੈਗੀਆਂ। ਸੈਨੋਜ਼ੇ ਨੇ 500 ਦੇ ਕਰੀਬ ਸਾਈਟੇਸ਼ਨਸ ਪਿਛਲੇ ਦਿਨਾਂ ਦੇ ਵਿੱਚ ਇਸ਼ੂ ਕੀਤੀਆਂ ਸੀ। ਸੈਨ ਫਰਾਂਸਿਸਕੋ ਨੇ ਹਜੇ ਤੱਕ ਸਾਈਟੇਸ਼ਨਸ ਨਹੀਂ ਇਸ਼ੂ ਕੀਤੀਆਂ, ਪਰ ਸਿਟੀ ਆਫ ਫਰੀਮੌਂਟ ਇੱਕ ਹੁਣ ਆਪਣਾ ਲਾਅ ਪਾਸ ਕਰਨ ਜਾ ਰਹੇ ਆ ਜਿਹਦੇ ਮੁਤਾਬਕ ਇਲੀਗਲ ਕਾਰ ਰੇਸਿੰਗ ਤੇ ਸਾਈਡ ਸ਼ੋਜ਼ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਕੈਲੀਫੋਰਨੀਆ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆ। ਰਾਤਾਂ ਦੇ ਸਮੇਂ ਖਾਸ ਕਰਕੇ ਵੀਕਐਂਡ ਨੂੰ ਜਿਹੜੇ ਯੰਗ ਉਮਰ ਦੇ ਮੁੰਡੇ ਕੁੜੀਆਂ ਹੈਗੇ ਆ ਉਹ 100 150 ਆਪਣੀਆਂ ਕਾਰਾਂ ਲੈ ਕੇ ਉੱਥੇ ਜਿਹੜੇ ਹੈਗੇ ਆ 4 ਵੇ ਸਟਾਪ ਜਾਂ ਉੱਥੇ ਪੂਰੀ ਸਪੀਡ ਦੇ ਨਾਲ ਕਾਰਾਂ ਘੁਮਾਉਂਦੇ ਹੈਗੇ ਆ ਤੇ ਧੂਆਂ ਕਾਰਾਂ ਦਾ ਕੱਢਦੇ ਆ ਤੇ ਉੱਥੇ ਫਿਰ ਆਮ ਲੋਕ ਜਿਹੜੇ ਆ ਉਹਨਾਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਤੇ ਸੱਟ ਲੱਗਣ ਦਾ ਵੀ ਜਿਹੜਾ ਬਹੁਤ ਖਤਰਾ ਹੁੰਦਾ ਤੇ ਕਈ ਵਾਰੀ ਤਾਂ ਪੁਲਿਸ ਵਾਲੇ ਵੀ ਇਦਾਂ ਦੀ ਜਗ੍ਹਾ ਜਾਣ ਤੋਂ ਡਰਦੇ ਆ ਵੀ 100 150 ਜਾਣਾ ਹੈਗਾ ਆ ਤੇ ਭੰਗ ਪੀਤੀ ਉਹ ਆ ਸਾਰਿਆਂ ਨੇ, ਪਤਾ ਨਹੀਂ ਵੀ ਕਿਹੜਾ ਕੋਈ ਗੋਲੀ ਵੀ ਮਾਰਦਾ, ਸੋ ਉਹਨਾਂ ਦੀ ਵੀ ਜੌਬ ਬੜੀ ਖਤਰੇ ਵਾਲੀ ਹੁੰਦੀ ਆ ਉਸ ਟਾਈਮ ਤੇ। ਜੀ ਬਿਲਕੁਲ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੇ ਏਰੀਏ ਦੀ ਪੁਲਿਸ ਨੇ ਸੈਕਰਾਮੈਂਟੋ ਦੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜਿਸ ਉੱਤੇ ਇਹ ਦੋਸ਼ ਸੀਗੇ ਵੀ ਉਸਨੇ 12 ਸਾਲਾਂ ਦੇ ਇੱਕ ਬੱਚੇ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ ਹੈਗੀ ਆ। ਸੋ ਇਹ ਰੋਡ ਰੇਜ ਦਾ ਇੰਸੀਡੈਂਟ 2 ਸਤੰਬਰ ਨੂੰ ਵਾਪਰਿਆ ਸੀ। ਪਿਟਸਬਰਗ ਦੀ ਪੁਲਿਸ ਨੇ ਕਿਹਾ 29 ਸਾਲਾ ਡਵੇਨ ਬਰਾਊਨ, ਜਿਸ ਨੇ ਇੱਕ ਹੋਰ ਦੂਜੀ ਗੱਡੀ ਦੇ ਉੱਤੇ ਗੋਲੀ ਜਿਹੜੀ ਉਹ ਚਲਾਈ, ਜਿਸ ਦੇ ਵਿੱਚ ਬੈਠੀ 12 ਸਾਲਾਂ ਦੀ ਇੱਕ ਪੈਸੰਜਰ ਸੀਟ ਦੇ ਉੱਤੇ ਗੱਡੀ ਦੇ ਵਿੱਚ ਬੈਠੀ 12 ਸਾਲਾਂ ਦੀ ਕੁੜੀ ਜਿਹੜੀ ਆ ਉਸ ਤੇ ਗੋਲੀ ਲੱਗੀ ਆ। ਆਲਦੋ ਉਹ ਨੌਨ ਲਾਈਫ ਥ੍ਰੈਟਨਿੰਗ ਜਿਹੜੀਆਂ ਇੰਜਰੀਜ਼ ਆ, ਬਚਾਅ ਜਿਹੜਾ ਉਸਦਾ ਹੋ ਗਿਆ। ਬਰਾਊਨ ਨੇ ਆਇਡੈਂਟੀਫਾਈ ਜਿਹੜਾ ਆ ਉਹ ਕਰ ਲਿਆ ਸੀਗਾ, ਬਰਾਊਨ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਸੀਗਾ ਐਜ਼ ਏ ਸਸਪੈਕਟ ਪੁਲਿਸ ਦੇ ਦੁਆਰਾ ਤੇ ਉਸ ਨੂੰ ਮੋਡੈਸਟੋ ਦੇ ਵਿੱਚੋਂ ਭਾਲ ਕੇ ਅੱਜ ਗ੍ਰਿਫਤਾਰ ਕਰ ਲਿਆ ਗਿਆ। ਜੀ, ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਫੇਰ ਅੱਜ ਡਾਊਨ ਗਈ ਹੈਗੀ ਆ। ਤਾਪਮਾਨ ਥੱਲੇ ਨਹੀਂ ਜਾਂਦਾ, ਇਹ ਜਿਹੜੀ ਥੱਲੋਂ ਜਾਣੋ ਇਹ ਹਟਦੀ ਨਹੀਂ ਆ। ਤੇ ਡਾਊ ਜੋਨ ਅੱਜ 173 ਪੁਆਇੰਟ ਜਿਹੜਾ ਉਹ ਗਿਰ ਕੇ 31,100 ਤੇ 45 ਦੇ ਉੱਤੇ ਬੰਦ ਹੋਈ। S&P ਦੇ ਵਿੱਚ ਵੀ 16 ਪੁਆਇੰਟ ਦੀ ਗਿਰਾਵਟ ਦਰਜ ਹੋਈ, 3908 ਤੇ ਬੰਦ ਹੋਇਆ। ਨੈਸਡੈਕ 86 ਪੁਆਇੰਟ ਗਿਰ ਕੇ 11,545 ਤੇ ਬੰਦ ਹੋਇਆ। ਸੋਨੇ ਦਾ ਭਾਅ $1706 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ, 10 ਈਅਰ ਯੀਲਡ 3.34। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ ਇਹ ਵੀ ਲੁੜ ਕੇ ਆਇਆ 18,839 ਤੇ ਅਥੀਰੀਅਮ 1538 US$ ਦੇ ਬਰਾਬਰ ਜਿਹੜਾ ਉਹ ਚੱਲ ਰਿਹਾ। ਕੱਲ ਐਪਲ ਨੇ ਆਪਣੇ ਨਵੇਂ ਕੁਝ ਫੋਨਸ, ਆਪਣੇ ਆਈਪੈਡ ਤੇ ਘੜੀਆਂ ਜਿਹੜੀਆਂ ਆ ਉਹ ਰਿਲੀਜ਼ ਜਿਹੜੀਆਂ ਉਹ ਕਰਨੀਆਂ ਆ। ਸੋ ਉਹਨਾਂ ਦੇ ਲਈ ਕੱਲ ਦਾ ਦਿਨ ਸਟਾਕ ਨੂੰ ਲੈ ਕੇ ਜਿਹੜਾ ਇੰਪੋਰਟੈਂਟ ਰਹੇਗਾ। ਜੀ, $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 90 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 32 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ ਤੇ ਸਟੇ ਸੇਫ, ਸਟੇ ਹਾਈਡਰੇਟਡ। ਬਾਹਰ ਜਿਹੜਾ ਆ ਬਗੈਰ ਮਤਲਬ ਤੋਂ ਜਿਹੜਾ ਉਹ ਤੁਸੀਂ ਨਾ ਜਾਓ ਤੇ ਬਚਾਅ ਰੱਖੋ। 3-4 ਜਿਹੜੇ ਪਰਿਵਾਰ ਆ ਇਕੱਠੇ ਹੋ ਕੇ ਇੱਕੋ ਘਰ ਦੇ ਵਿੱਚ ਘੱਟ ਬਿਜਲੀ ਦੀ ਵਰਤੋਂ ਕਰਨ ਵਾਲੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕਰੋ ਤੇ ਬਿਜਲੀ ਕੰਜ਼ਰਵ ਕਰੋ ਤਾਂ ਜੋ ਭਾਈ ਨਾ ਹੀ ਕਿਤੇ ਜਾਵੇ ਬਿਜਲੀ ਤਾਂ ਚੰਗੀ ਗੱਲ ਆ। ਪਰ ਜਿੱਦਾਂ ਦੇ ਹਾਲਾਤ ਬਣੇ ਪਏ ਆ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਆਉਣ ਵਾਲੇ 10 ਸਾਲਾਂ 'ਚ ਇੱਥੇ ਸਭ ਕੁਝ ਇਲੈਕਟ੍ਰਿਕ ਹੋਣਾ ਆ। ਅੱਜ ਦੀ ਗਰਮੀ ਅਜੇ ਸਹਾਰੀ ਨਹੀਂ ਜਾ ਰਹੀ ਤੇ ਉਦੋਂ ਤਾਂ ਬਿਜਲੀ ਦਾ ਉਤਪਾਦਨ ਤੇ ਜਿਹੜੀ ਵਰਤੋਂ ਆ ਉਹਦੇ ਵਿੱਚ ਜਿਹੜਾ ਦਾਇਰਾ ਹੋਊਗਾ ਉਸ ਨੂੰ ਪਤਾ ਨਹੀਂ ਆਪਾਂ ਕਿੱਦਾਂ ਕੈਲੀਫੋਰਨੀਆ ਵਾਲੇ ਜਿਹੜਾ ਉਹ ਪੂਰਾ ਕਰਨਗੇ। ਸੋ ਭਵਿੱਖ ਨੂੰ ਸੋਚਦੇ ਹੋਏ ਉਮੀਦ ਕਰਦੇ ਹਾਂ ਵੀ ਬੈਟਰ ਹੋਵੇ। ਇਸੇ ਦੇ ਨਾਲ ਹੀ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਜੀ ਹੁਣ ਸਮਾਪਤੀ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।